ਪਿਆਰੇ ਵਿਦਿਆਰਥੀਓ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10+2 ਕਲਾਸ ਦੇ ਵਿਸ਼ਾ ਕੰਪਿਊਟਰ ਸਾਇੰਸ ਦੇ ਚੈਪਟਰ ਨੰਬਰ 3 ਦੀ, ਜਿਸ ਦਾ ਨਾਮ ਹੈ ਯੂਜ਼ਰ ਡਿਫਾਈਨਡ ਫੰਕਸ਼ਨ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵਾਟ ਇਜ਼ ਏ ਫੰਕਸ਼ਨ। ਫੰਕਸ਼ਨ ਤੋਂ ਭਾਵ ਕੁਝ ਸਟੇਟਮੈਂਟਸ ਜਾਂ ਕੁਝ ਕਮਾਂਡਸ ਦਾ ਗਰੁੱਪ ਜੋ ਕੋਈ ਖਾਸ ਕੰਮ ਕਰਦਾ ਹੈ, ਉਸ ਨੂੰ ਅਸੀਂ ਫੰਕਸ਼ਨ ਕਹਿੰਦੇ ਹਾਂ। ਉਦਾਹਰਨ ਦੇ ਤੌਰ ਤੇ ਜਿਵੇਂ ਤੁਸੀਂ ਪਿੱਛੇ ਪੜ੍ਹਿਆ printf, scanf, getch, gets, getCharacter ਜਾਂ ਹੋਰ ਕਈ ਪ੍ਰਕਾਰ ਦੇ ਫੰਕਸ਼ਨ। ਇਹ ਸਾਰੇ ਫੰਕਸ਼ਨ ਕੋਈ ਨਾ ਕੋਈ ਖਾਸ ਕੰਮ ਕਰਦੇ ਹਨ, ਸੋ ਇਹਨਾਂ ਨੂੰ ਅਸੀਂ ਫੰਕਸ਼ਨ ਬੋਲਦੇ ਹਾਂ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਫੰਕਸ਼ਨ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਨ। ਜਿਵੇਂ ਤੁਸੀਂ ਜਾਣਦੇ ਹੋ ਕਿ ਫੰਕਸ਼ਨ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਬਿਲਟ ਇਨ ਫੰਕਸ਼ਨ, ਜਿਨ੍ਹਾਂ ਨੂੰ ਅਸੀਂ ਲਾਇਬ੍ਰੇਰੀ ਫੰਕਸ਼ਨ ਵੀ ਕਹਿ ਦਿੰਦੇ ਹਾਂ। ਦੂਸਰੇ ਹੁੰਦੇ ਨੇ ਯੂਜ਼ਰ ਡਿਫਾਈਨਡ ਫੰਕਸ਼ਨ। ਇਸ ਚੈਪਟਰ ਦੇ ਵਿੱਚ ਅਸੀਂ ਯੂਜ਼ਰ ਡਿਫਾਈਨਡ ਫੰਕਸ਼ਨਸ ਦੀ ਗੱਲ ਕਰਾਂਗੇ। ਗੱਲ ਕਰਦੇ ਹਾਂ ਯੂਜ਼ਰ ਡਿਫਾਈਨਡ ਫੰਕਸ਼ਨ ਕੀ ਹੁੰਦਾ ਹੈ। ਉਹ ਫੰਕਸ਼ਨ ਜੋ ਯੂਜ਼ਰ ਦੁਆਰਾ ਜਾਂ ਪ੍ਰੋਗਰਾਮਰ ਦੇ ਦੁਆਰਾ ਤਿਆਰ ਕੀਤਾ ਜਾਂਦਾ ਹੈ। ਯੂਜ਼ਰ ਆਪਣੀ ਲੋੜ ਦੇ ਅਨੁਸਾਰ ਵੱਖ-ਵੱਖ ਪ੍ਰਕਾਰ ਦੀਆਂ ਕਮਾਂਡਸ ਨੂੰ ਜਾਂ ਵੱਖ-ਵੱਖ ਪ੍ਰਕਾਰ ਦੀਆਂ ਸਟੇਟਮੈਂਟਸ ਨੂੰ ਇੱਕ ਗਰੁੱਪ ਵਿੱਚ ਇਕੱਠਾ ਕਰ ਦਿੰਦਾ ਹੈ, ਉਸ ਨੂੰ ਕੋਈ ਨਾਮ ਦੇ ਦਿੰਦਾ ਹੈ, ਤਾਂ ਉਸ ਨੂੰ ਅਸੀਂ ਯੂਜ਼ਰ ਡਿਫਾਈਨਡ ਫੰਕਸ਼ਨ ਬੋਲਦੇ ਹਾਂ। ਯੂਜ਼ਰ ਡਿਫਾਈਨਡ ਫੰਕਸ਼ਨ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਡਿਕਲੇਅਰ ਵੀ ਕਰਦਾ ਹੈ ਅਤੇ ਡਿਫਾਈਨ ਵੀ ਕਰਦਾ ਹੈ। ਨੈਕਸਟ ਗੱਲ ਕਰਦੇ ਹਾਂ ਯੂਜ਼ਰ ਡਿਫਾਈਨਡ ਫੰਕਸ਼ਨ ਦੀ ਲੋੜ ਕਿਉਂ ਪੈਂਦੀ ਹੈ। ਕਿਸੇ ਟਾਈਮ ਤੇ ਕੁਝ ਪ੍ਰੋਗਰਾਮ ਜ਼ਿਆਦਾ ਵੱਡੇ ਹੁੰਦੇ ਹਨ, ਜਾਂ ਕਹਿ ਲਓ ਕਿ ਉਹਨਾਂ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਸਟੇਟਮੈਂਟਸ ਹੁੰਦੀਆਂ ਹਨ। ਸੋ ਜ਼ਿਆਦਾ ਵੱਡੇ ਪ੍ਰੋਗਰਾਮ ਨੂੰ ਤਿਆਰ ਕਰਨਾ, ਮੈਨੇਜ ਕਰਨਾ, ਉਸ ਵਿੱਚੋਂ ਐਰਰਸ ਨੂੰ ਫਾਈਂਡ ਆਊਟ ਕਰਨਾ, ਉਸ ਨੂੰ ਚਲਾ ਕੇ ਦੇਖਣਾ ਕਈ ਵਾਰ ਕਾਫੀ ਔਖਾ ਹੋ ਜਾਂਦਾ ਹੈ। ਸੋ ਯੂਜ਼ਰ ਆਪਣੀ ਲੋੜ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਕੁਝ ਫੰਕਸ਼ਨਸ ਤਿਆਰ ਕਰਕੇ ਆਪਣੇ ਪ੍ਰੋਗਰਾਮ ਨੂੰ ਛੋਟੇ-ਛੋਟੇ ਭਾਗਾਂ ਵਿੱਚ ਡਿਵਾਈਡ ਕਰ ਦਿੰਦਾ ਹੈ, ਜਿਸ ਨੂੰ ਅਸੀਂ ਮੋਡਿਊਲਸ ਬੋਲਦੇ ਹਾਂ। ਇਸ ਕਿਸਮ ਦੀ ਪ੍ਰੋਗਰਾਮਿੰਗ ਨੂੰ ਅਸੀਂ ਮੋਡੂਲਰ ਪ੍ਰੋਗਰਾਮਿੰਗ ਬੋਲਦੇ ਹਾਂ। ਨੈਕਸਟ, ਫੰਕਸ਼ਨ ਦਾ ਹੋਰ ਕੀ ਫਾਇਦਾ ਹੈ ਕਿ ਅਸੀਂ ਯੂਜ਼ਰ ਡਿਫਾਈਨਡ ਫੰਕਸ਼ਨ ਦੇ ਨਾਲ ਆਪਣੇ ਪ੍ਰੋਗਰਾਮ ਦੇ ਵਿੱਚੋਂ ਐਰਰਸ ਨੂੰ, ਗਲਤੀਆਂ ਨੂੰ ਬੜੇ ਹੀ ਆਸਾਨੀ ਦੇ ਨਾਲ ਫਾਈਂਡ ਆਊਟ ਕਰ ਸਕਦੇ ਹਾਂ। ਰੀਯੂਜ਼ੇਬਿਲਟੀ, ਕਿ ਅਸੀਂ ਇੱਕ ਪ੍ਰੋਗਰਾਮ ਨੂੰ ਵੱਖ-ਵੱਖ ਭਾਗਾਂ ਵਿੱਚ ਡਿਵਾਈਡ ਕਰ ਦਿੰਦੇ ਹਾਂ। ਅਸੀਂ ਹਰ ਭਾਗ ਨੂੰ ਆਪਣੀ ਲੋੜ ਦੇ ਅਨੁਸਾਰ ਰੀਯੂਜ਼ ਕਰ ਸਕਦੇ ਹਾਂ। ਯੂਜ਼ਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਅਸੀਂ ਉਸ ਨੂੰ ਵੱਖ-ਵੱਖ ਤਰੀਕਿਆਂ ਨਾਲ ਚਲਾ ਕੇ ਦੇਖ ਸਕਦੇ ਹਾਂ, ਜਿਸ ਨੂੰ ਰੀਯੂਜ਼ੇਬਿਲਟੀ ਕਿਹਾ ਜਾਂਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਆਰਗੂਮੈਂਟਸ ਅਤੇ ਪੈਰਾਮੀਟਰਸ। ਆਰਗੂਮੈਂਟਸ ਅਤੇ ਪੈਰਾਮੀਟਰਸ ਦੋਨੋਂ ਹੀ ਇੱਕ ਕਿਸਮ ਦੇ ਵੇਰੀਏਬਲ ਹੀ ਹੁੰਦੇ ਹਨ, ਜਿਹੜੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਯੂਜ਼ ਕਰਦੇ ਹਾਂ। ਜੇ ਆਰਗੂਮੈਂਟ ਦੀ ਗੱਲ ਕਰੀਏ ਤਾਂ ਉਹ ਵਾਲੇ ਵੇਰੀਏਬਲ ਜਿਹੜੇ ਕਿਸੇ ਯੂਜ਼ਰ ਡਿਫਾਈਨਡ ਫੰਕਸ਼ਨ ਨੂੰ ਕਾਲ ਕਰਦੇ ਸਮੇਂ ਦਿੱਤੇ ਜਾਂਦੇ ਹਨ, ਉਹਨਾਂ ਨੂੰ ਅਸੀਂ ਆਰਗੂਮੈਂਟਸ ਬੋਲਦੇ ਹਾਂ। ਆਰਗੂਮੈਂਟਸ ਨੂੰ ਐਕਚੁਅਲ ਪੈਰਾਮੀਟਰ ਵੀ ਕਿਹਾ ਜਾਂਦਾ ਹੈ। ਪੈਰਾਮੀਟਰ ਤੋਂ ਭਾਵ ਉਹ ਵਾਲੇ ਵੇਰੀਏਬਲ ਜੋ ਫੰਕਸ਼ਨ ਦੀ ਡੈਫੀਨੇਸ਼ਨ ਦੇ ਸਮੇਂ ਤੇ ਯੂਜ਼ ਕੀਤੇ ਜਾਂਦੇ ਹਨ, ਉਹਨਾਂ ਨੂੰ ਅਸੀਂ ਪੈਰਾਮੀਟਰ ਜਾਂ ਫਾਰਮਲ ਪੈਰਾਮੀਟਰ ਵੀ ਬੋਲਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਹੁਣ ਅਸੀਂ ਕੁਝ ਯੂਜ਼ਰ ਡਿਫਾਈਨਡ ਫੰਕਸ਼ਨ ਦਾ ਪ੍ਰੈਕਟੀਕਲ ਕਰਕੇ ਦੇਖਾਂਗੇ। ਜਿਵੇਂ ਕੁਝ ਫੰਕਸ਼ਨ ਮੈਂ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖੇ ਨੇ। ਸੋ ਸਭ ਤੋਂ ਪਹਿਲਾਂ ਅਸੀਂ ਇੱਕ ਯੂਜ਼ਰ ਡਿਫਾਈਨਡ ਫੰਕਸ਼ਨ ਤਿਆਰ ਕਰਦੇ ਹਾਂ, ਜਿਸ ਵਿੱਚ ਇਹ ਫੰਕਸ਼ਨ ਸਕਰੀਨ ਉੱਤੇ ਕੁਝ ਲਾਈਨਸ ਨੂੰ ਪ੍ਰਿੰਟ ਕਰੇਗਾ। ਜਿਵੇਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਰਹੇ ਹੋ ਕਿ ਅਸੀਂ void println ਨਾਂ ਦਾ ਇੱਕ ਫੰਕਸ਼ਨ ਤਿਆਰ ਕਰਨਾ ਹੈ। ਇਸ ਜਗ੍ਹਾ ਦੇ ਉੱਪਰ ਅਸੀਂ ਫੰਕਸ਼ਨ ਨੂੰ ਡਿਕਲੇਅਰ ਕਰ ਰਹੇ ਹਾਂ। ਡਿਕਲੇਅਰ ਤੋਂ ਭਾਵ ਕਿ ਅਸੀਂ ਆਪਣੇ ਕੰਪਾਈਲਰ ਨੂੰ ਦੱਸਦੇ ਹਾਂ ਕਿ ਅਸੀਂ println ਨਾਂ ਦਾ ਇੱਕ ਫੰਕਸ਼ਨ ਇਸ ਪ੍ਰੋਗਰਾਮ ਦੇ ਵਿੱਚ ਤਿਆਰ ਵੀ ਕਰਾਂਗੇ ਅਤੇ ਯੂਜ਼ ਵੀ ਕਰਾਂਗੇ। ਨੈਕਸਟ ਸਾਡੀ ਲਾਈਨ ਦੇ ਵਿੱਚ ਅਸੀਂ ਮੇਨ ਫੰਕਸ਼ਨ ਲਿਖਦੇ ਹਾਂ। ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਬਾਕੀ ਯੂਜ਼ਰ ਡਿਫਾਈਨਡ ਫੰਕਸ਼ਨ ਦੀ ਤਰ੍ਹਾਂ ਮੇਨ ਵੀ ਇੱਕ ਯੂਜ਼ਰ ਡਿਫਾਈਨਡ ਫੰਕਸ਼ਨ ਹੁੰਦਾ ਹੈ।
ਕਿਉਂਕਿ ਮੇਨ ਫੰਕਸ਼ਨ ਨੂੰ ਵੀ ਅਸੀਂ ਖੁਦ ਹੀ ਤਿਆਰ ਕਰ ਰਹੇ ਹੁੰਦੇ ਹਾਂ। printf, scanf, get character ਜਾਂ ਹੋਰ ਜਿੰਨੇ ਵੀ ਦੂਸਰੇ ਫੰਕਸ਼ਨ ਤੁਸੀਂ ਦੇਖਦੇ ਹੋ ਉਹ ਸਾਰੇ ਹੀ ਲਾਇਬ੍ਰੇਰੀ ਫੰਕਸ਼ਨ ਹੁੰਦੇ ਹਨ, ਪਰ ਇਸ ਜਗ੍ਹਾ ਦੇ ਉੱਪਰ ਮੇਨ ਫੰਕਸ਼ਨ ਵੀ ਇੱਕ ਯੂਜ਼ਰ ਡਿਫਾਈਨਡ ਫੰਕਸ਼ਨ ਹੈ। ਸੋ ਮੇਨ ਦੀ ਬੋਡੀ ਸਟਾਰਟ ਹੁੰਦੀ ਹੈ। ਨੈਕਸਟ ਕਲੀਅਰ ਸਕਰੀਨ ਨਾਂ ਦਾ ਅਸੀਂ ਇੱਕ ਲਾਇਬ੍ਰੇਰੀ ਫੰਕਸ਼ਨ ਯੂਜ਼ ਕੀਤਾ ਹੈ, ਜਿਸ ਦਾ ਮੇਨ ਕੰਮ ਹੈ ਕਿ ਸਕਰੀਨ ਉੱਪਰ ਡਿਸਪਲੇ ਕੀਤੇ ਹੋਏ ਪੁਰਾਣੇ ਡਾਟੇ ਨੂੰ ਕਲੀਅਰ ਕਰਨਾ, ਜਾਂ ਕਹਿ ਲਓ ਕਿ ਸਕਰੀਨ ਨੂੰ ਸਾਫ਼ ਕਰਨਾ। ਇਸ ਜਗ੍ਹਾ ਦੇ ਉੱਪਰ ਅਸੀਂ ਪ੍ਰਿੰਟ ਲਾਈਨ ਨਾਮ ਦੇ ਫੰਕਸ਼ਨ ਨੂੰ, ਜੋ ਯੂਜ਼ਰ ਡਿਫਾਈਨਡ ਫੰਕਸ਼ਨ ਹੈ, ਉਸ ਨੂੰ ਅਸੀਂ ਕਾਲ ਕਰ ਰਹੇ ਹਾਂ ਅਤੇ get ch ਨਾਮ ਦਾ ਫੰਕਸ਼ਨ ਯੂਜ਼ ਕਰ ਰਹੇ ਹਾਂ, ਜੋ ਸਾਡੀ ਆਉਟਪੁੱਟ ਨੂੰ ਦਿਖਾਏਗਾ। ਅੱਗੇ ਇਸ ਜਗ੍ਹਾ ਦੇ ਉੱਪਰ ਅਸੀਂ ਯੂਜ਼ਰ ਡਿਫਾਈਨਡ ਫੰਕਸ਼ਨ ਪ੍ਰਿੰਟ ਲਾਈਨ ਤਿਆਰ ਕਰ ਰਹੇ ਹਾਂ। ਤੁਸੀਂ ਇੱਕ ਚੀਜ਼ ਧਿਆਨ ਦੇਖੋ, ਇਸ ਜਗ੍ਹਾ ਦੇ ਉੱਪਰ ਵਾਈਡ ਪ੍ਰਿੰਟ ਲਾਈਨ ਫੰਕਸ਼ਨ ਦੇ ਬ੍ਰੈਕਟਸ ਤੋਂ ਬਾਅਦ ਅਸੀਂ ਸੈਮੀਕੋਲਨ ਲਗਾਇਆ ਹੈ। ਇਸ ਜਗ੍ਹਾ ਦੇ ਉੱਪਰ ਅਸੀਂ ਸੈਮੀਕੋਲਨ ਨਹੀਂ ਲਗਾਇਆ, ਜਿਸ ਤੋਂ ਭਾਵ ਹੈ ਕਿ ਇਸ ਫੰਕਸ਼ਨ ਨੂੰ ਅਸੀਂ ਇਸ ਜਗ੍ਹਾ ਦੇ ਉੱਪਰ ਤਿਆਰ ਕਰ ਰਹੇ ਹਾਂ। ਕਹਿਣ ਤੋਂ ਭਾਵ ਕਿ ਇਹ ਸਾਰੀ ਹੀ ਜਗ੍ਹਾ ਫੰਕਸ਼ਨ ਡੈਫੀਨੇਸ਼ਨ ਕਹਾਉਂਦੀ ਹੈ। ਇਸ ਜਗ੍ਹਾ ਦੇ ਉੱਪਰ ਅਸੀਂ ਫੰਕਸ਼ਨ ਨੂੰ ਡਿਫਾਈਨ ਕਰ ਰਹੇ ਹਾਂ। ਮੇਨ ਫੰਕਸ਼ਨ ਨੂੰ ਯੂਜ਼ਰ ਡਿਫਾਈਨਡ ਫੰਕਸ਼ਨ ਨੂੰ ਤੁਸੀਂ ਮੇਨ ਫੰਕਸ਼ਨ ਵਿੱਚ ਡਿਕਲੇਅਰ ਕਰਾ ਸਕਦੇ ਹੋ, ਤੇ ਮੇਨ ਫੰਕਸ਼ਨ ਤੋਂ ਬਾਹਰ ਵੀ। ਅਸੀਂ ਮੇਨ ਫੰਕਸ਼ਨ ਤੋਂ ਬਾਹਰ ਉਸ ਨੂੰ ਡਿਕਲੇਅਰ ਕਰਵਾਇਆ ਹੈ। ਇਸ ਫੰਕਸ਼ਨ ਦੇ ਵਿੱਚ ਅਸੀਂ ਇੱਕ i ਨਾਂ ਦਾ ਵੇਰੀਏਬਲ ਲਿਆ ਹੈ, ਇੱਕ ਫੋਰ ਲੂਪ ਲਗਾਈ ਹੈ, printf ਦੀ ਮਦਦ ਦੇ ਨਾਲ ਇੱਕ ਸਿੰਬਲ ਨੂੰ ਪ੍ਰਿੰਟ ਕੀਤਾ ਹੈ ਅਤੇ ਇੱਕ ਨਿਊ ਲਾਈਨ ਨੂੰ ਐਡ ਕੀਤਾ ਹੈ। ਸੋ ਇਸ ਫੰਕਸ਼ਨ ਨੂੰ ਅਸੀਂ ਚਲਾ ਕੇ ਦੇਖਦੇ ਹਾਂ। ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਇੱਕ ਲਾਈਨ ਪ੍ਰਿੰਟ ਹੋ ਰਹੀ ਹੈ। ਜੇ ਅਸੀਂ ਇੱਕ ਤੋਂ ਜ਼ਿਆਦਾ ਲਾਈਨ ਪ੍ਰਿੰਟ ਕਰਨੀਆਂ ਹੋਣ ਤਾਂ ਅਸੀਂ ਉਹ ਵੀ ਕਰ ਸਕਦੇ ਹਾਂ। ਫੋਰ ਐਗਜ਼ਾਮਪਲ, ਅਸੀਂ ਆਪਣੇ ਯੂਜ਼ਰ ਡਿਫਾਈਨਡ ਪ੍ਰੋਗਰਾਮ ਦੇ ਵਿੱਚ ਇੱਕ ਕੁਐਸਚਨ ਮਾਰਕ ਨੂੰ 20 ਟਾਈਮ ਪ੍ਰਿੰਟ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਪ੍ਰੋਗਰਾਮ ਨੂੰ ਚਲਾ ਕੇ ਦੇਖਦੇ ਹਾਂ। ਤੁਸੀਂ ਧਿਆਨ ਨਾਲ ਦੇਖੋ ਕਿ ਤੁਹਾਡੀ ਸਕਰੀਨ ਦੇ ਉੱਪਰ 20 ਟਾਈਮ ਇੱਕ ਕੁਐਸਚਨ ਮਾਰਕ ਪ੍ਰਿੰਟ ਹੋ ਗਿਆ ਹੈ। ਸੋ ਇਹ ਸੀ ਸਿੰਪਲ ਇੱਕ ਯੂਜ਼ਰ ਡਿਫਾਈਨਡ ਫੰਕਸ਼ਨ, ਜਿਸ ਵਿੱਚ ਨਾ ਤਾਂ ਅਸੀਂ ਉਸ ਫੰਕਸ਼ਨ ਦੇ ਵਿੱਚ ਕੋਈ ਆਰਗੂਮੈਂਟ ਪਾਸ ਕਰ ਰਹੇ। ਅੱਗੇ ਅਸੀਂ ਇੱਕ ਫੰਕਸ਼ਨ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਕੋਈ ਵੀ ਆਰਗੂਮੈਂਟ ਪਾਸ ਨਹੀਂ ਕੀਤਾ ਜਾਂਦਾ, ਪਰ ਉਹ ਫੰਕਸ਼ਨ ਕੁਝ ਕੈਲਕੂਲੇਸ਼ਨ ਨੂੰ ਪਰਫਾਰਮ ਕਰੇਗਾ। ਪੁਰਾਣੇ ਫੰਕਸ਼ਨ ਦੀ ਤਰ੍ਹਾਂ ਅਸੀਂ ਸਮ ਨਾਂ ਦਾ ਇੱਕ ਫੰਕਸ਼ਨ ਡਿਕਲੇਅਰ ਕੀਤਾ ਹੈ, ਜਿਸ ਦੀ ਰਿਟਰਨ ਟਾਈਪ void ਹੈ। ਉਸੇ ਹੀ ਤਰ੍ਹਾਂ ਮੇਨ ਫੰਕਸ਼ਨ ਤੋਂ ਬਾਅਦ ਕਲੀਅਰ ਸਕਰੀਨ ਅਤੇ ਸਮ, ਇਸ ਜਗ੍ਹਾ ਦੇ ਉੱਪਰ ਅਸੀਂ ਆਪਣੇ ਸਮ ਨਾਂ ਦੇ ਫੰਕਸ਼ਨ ਨੂੰ ਕਾਲ ਕਰ ਰਹੇ ਹਾਂ। ਇਸ ਜਗ੍ਹਾ ਤੇ ਅਸੀਂ ਸਮ ਨਾਂ ਦੇ ਫੰਕਸ਼ਨ ਨੂੰ ਡਿਫਾਈਨ ਕਰ ਰਹੇ ਹਾਂ, void sum, ਸਮ ਦੀ ਬੋਡੀ ਸਟਾਰਟ। ਸਮ ਦੇ ਵਿੱਚ ਅਸੀਂ ਤਿੰਨ ਵੇਰੀਏਬਲ ਡਿਕਲੇਅਰ ਕਰਦੇ ਹਾਂ, a, b ਅਤੇ c। a ਨੂੰ ਅਸੀਂ ਕੁਝ ਵੈਲਿਊ ਦੇ ਦਿੰਦੇ ਹਾਂ, b ਨੂੰ ਵੀ ਅਸੀਂ ਕੋਈ ਵੈਲਿਊ ਦੇ ਦਿੰਦੇ ਹਾਂ। ਜਦੋਂ ਦੋਨਾਂ ਵੈਲਿਊ ਨੂੰ ਆਪਸ ਵਿੱਚ ਐਡ ਕਰਵਾਇਆ ਜਾਂਦਾ ਹੈ ਤਾਂ ਦੋਨੋਂ ਵੈਲਿਊ ਦਾ ਜੋ ਵੀ ਰਿਜ਼ਲਟ ਹੋਏਗਾ ਉਹ c ਵਿੱਚ ਸਟੋਰ ਹੋ ਜਾਵੇਗਾ। ਇਸ ਜਗ੍ਹਾ ਦੇ ਉੱਪਰ ਅਸੀਂ printf ਫੰਕਸ਼ਨ ਦੀ ਮਦਦ ਦੇ ਨਾਲ c ਦੀ ਵੈਲਿਊ ਨੂੰ ਪ੍ਰਿੰਟ ਕਰਵਾ ਰਹੇ ਹਾਂ। ਸੋ ਜੋ ਵੀ ਰਿਜ਼ਲਟ ਇਹਦਾ ਹੋਏਗਾ, ਜਦੋਂ ਫੰਕਸ਼ਨ ਨੂੰ ਕਾਲ ਕੀਤਾ ਜਾਏਗਾ, ਇਸ ਜਗ੍ਹਾ ਦੇ ਉੱਪਰ ਸਾਡਾ ਸਮ ਨਾਂ ਦਾ ਫੰਕਸ਼ਨ ਐਗਜ਼ੀਕਿਊਟ ਹੋਏਗਾ ਅਤੇ ਆਪਣੇ ਕੰਮ ਨੂੰ ਪੂਰਾ ਕਰੇਗਾ। ਇਸ ਨੂੰ ਅਸੀਂ ਚਲਾ ਕੇ ਦੇਖਦੇ ਹਾਂ। ਜਿਵੇਂ ਅਸੀਂ a ਨੂੰ ਵੈਲਿਊ ਦਿੱਤੀ ਸੀ 10, b ਨੂੰ ਦਿੱਤੀ ਸੀ ਅਸੀਂ 20। ਜਦੋਂ ਅਸੀਂ ਸਮ ਫੰਕਸ਼ਨ ਨੂੰ ਮੇਨ ਫੰਕਸ਼ਨ ਦੇ ਵਿੱਚ ਕਾਲ ਕਰਵਾਇਆ ਤਾਂ ਸਮ ਫੰਕਸ਼ਨ ਐਗਜ਼ੀਕਿਊਟ ਹੋਇਆ, ਜਿਸ ਨੇ ਸਾਨੂੰ ਰਿਜ਼ਲਟ ਦਿੱਤਾ sum is 30। ਅਗਰ ਅਸੀਂ ਵੈਲਿਊਜ਼ ਨੂੰ ਚੇਂਜ ਕਰਕੇ ਦੇਖਦੇ ਹਾਂ, ਪ੍ਰੋਗਰਾਮ ਨੂੰ ਦੁਬਾਰਾ ਚਲਾ ਕੇ ਦੇਖਦੇ ਹਾਂ, ਹੁਣ ਦੇਖੋ, ਹੁਣ ਸਾਡਾ ਸਮ ਚੇਂਜ ਹੋ ਗਿਆ ਹੈ, ਸਮ ਦੀ ਵੈਲਿਊ 50 ਹੋ ਗਈ। ਸੋ ਪਿਆਰੇ ਵਿਦਿਆਰਥੀਓ, ਅੱਗੇ ਅਸੀਂ ਗੱਲ ਕਰਦੇ ਹਾਂ ਕਿ ਫੰਕਸ਼ਨ ਦੇ ਵਿੱਚ ਜਦੋਂ ਕਾਲਿੰਗ ਟਾਈਮ ਤੇ ਅਸੀਂ ਆਰਗੂਮੈਂਟ ਪਾਸ ਕਰਨੇ ਹੋਣ ਤਾਂ ਉਸ ਨੂੰ ਕਿੱਦਾਂ ਬਣਾਇਆ ਜਾਂਦਾ ਹੈ। ਉਸੇ ਤਰ੍ਹਾਂ ਅਸੀਂ ਇੱਕ ਹੈਸ਼ ਇਨਕਲੂਡ ਹੈਡਰ ਫਾਈਲ ਐਡ ਕੀਤੀ, ਸਮ ਨਾਂ ਦਾ ਇੱਕ ਫੰਕਸ਼ਨ ਡਿਕਲੇਅਰ ਕੀਤਾ ਜਿਸ ਦੀ ਰਿਟਰਨ ਟਾਈਪ ਨਲ ਹੋਏਗੀ, void ਹੋਏਗੀ। ਦੋ ਅਸੀਂ ਵੇਰੀਏਬਲ int a ਅਤੇ int b ਲਏ। ਮੇਨ ਫੰਕਸ਼ਨ ਦੇ ਵਿੱਚ ਜਦੋਂ ਅਸੀਂ ਸਮ ਫੰਕਸ਼ਨ ਨੂੰ ਕਾਲ ਕਰ ਰਹੇ ਹਾਂ, ਉਸ ਟਾਈਮ ਤੇ ਅਸੀਂ ਉਸ ਨੂੰ ਕੁਝ ਦੋ ਵੈਲਿਊ ਪਾਸ ਕਰਾਂਗੇ। ਸਾਡੀ ਪਹਿਲੀ ਵੈਲਿਊ int a ਕੋਲ ਜਾਏਗੀ, ਸੈਕਿੰਡ ਵੈਲਿਊ b ਕੋਲ ਜਾਏਗੀ। ਸਮ ਨਾਂ ਦੇ ਫੰਕਸ਼ਨ ਦੇ ਵਿੱਚ ਅਸੀਂ c ਨਾਂ ਦਾ ਇੱਕ ਵੇਰੀਏਬਲ ਡਿਕਲੇਅਰ ਕਰਦੇ ਹਾਂ। a ਦੀ ਵੈਲਿਊ ਅਤੇ b ਦੀ ਵੈਲਿਊ ਨੂੰ ਆਪਸ ਵਿੱਚ
ਪਲੱਸ ਕੀਤਾ ਜਾਂਦਾ ਹੈ ਤਾਂ ਰਿਜ਼ਲਟ ਨੂੰ C ਦੇ ਵਿੱਚ ਪਾਸ ਕੀਤਾ ਜਾਂਦਾ ਹੈ। ਪਿਛਲੇ ਫੰਕਸ਼ਨ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਅਸੀਂ ਮੇਨ ਫੰਕਸ਼ਨ ਦੇ ਵਿੱਚੋਂ ਕੋਈ ਵੀ ਵੈਲਿਊ, ਕੋਈ ਵੀ ਆਰਗੂਮੈਂਟ ਸਮ ਫੰਕਸ਼ਨ ਨੂੰ ਪਾਸ ਨਹੀਂ ਸੀ ਕੀਤੇ। ਪਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਮ ਨਾਂ ਦੇ ਫੰਕਸ਼ਨ ਦੇ ਵਿੱਚ ਦੋ ਵੈਲਿਊਜ਼ ਮੇਨ ਫੰਕਸ਼ਨ ਦੇ ਵਿੱਚੋਂ ਪਾਸ ਕਰ ਰਹੇ ਹਾਂ ਅਤੇ ਸਮ ਨਾਂ ਦਾ ਫੰਕਸ਼ਨ ਉਹਨਾਂ ਵੈਲਿਊਜ਼ ਨੂੰ A ਅਤੇ B ਵਿੱਚ ਰਿਸੀਵ ਕਰ ਰਿਹਾ ਹੈ, ਉਹਨਾਂ ਉੱਪਰ ਕੈਲਕੂਲੇਸ਼ਨ ਕਰ ਰਿਹਾ ਹੈ। ਜਦੋਂ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖਿਆ ਜਾਂਦਾ ਹੈ, ਤੁਸੀਂ ਧਿਆਨ ਨਾਲ ਦੇਖੋ, ਜਦੋਂ ਇਸ ਪ੍ਰੋਗਰਾਮ ਨੂੰ ਚਲਾਇਆ ਜਾਂਦਾ ਹੈ ਤਾਂ ਸਾਡਾ ਸਮ ਇਜ਼ 30, ਯਾਨੀ ਕਿ 10 ਅਤੇ 20 ਜੋ ਮੇਨ ਫੰਕਸ਼ਨ ਦੇ ਕੋਲੋਂ ਸਮ ਨਾਂ ਦੇ ਫੰਕਸ਼ਨ ਨੂੰ ਵੈਲਿਊਜ਼ ਪਾਸ ਕੀਤੀਆਂ ਗਈਆਂ ਸਨ, ਉਹਨਾਂ ਦਾ ਟੋਟਲ ਸਾਡੇ ਕੋਲ 30 ਸ਼ੋ ਹੁੰਦਾ ਹੈ। ਸੋ ਅਗਰ ਅਸੀਂ ਵੈਲਿਊਜ਼ ਨੂੰ ਚੇਂਜ ਕਰਕੇ ਕੁਝ ਹੋਰ ਵੈਲਿਊਜ਼ ਪਾਸ ਕਰਦੇ ਹਾਂ, ਹੁਣ ਅਸੀਂ 14 ਅਤੇ 20 ਵੈਲਿਊਜ਼ A ਅਤੇ B ਨੂੰ ਪਾਸ ਕਰਦੇ ਹਾਂ ਤਾਂ ਹੁਣ ਸਾਡਾ ਰਿਜ਼ਲਟ ਬਿਲਕੁਲ ਹੀ ਚੇਂਜ ਹੋਏਗਾ। ਹੁਣ ਸਾਡਾ ਰਿਜ਼ਲਟ ਹੋਏਗਾ 34। ਸੋ ਇਹ ਫੰਕਸ਼ਨ ਸੀ ਕਿ ਜਿਸ ਵਿੱਚ ਅਸੀਂ ਮੇਨ ਫੰਕਸ਼ਨ ਦੇ ਵਿੱਚ ਕੁਝ ਆਰਗੂਮੈਂਟ ਪਾਸ ਕਰਦੇ ਹਾਂ ਸਾਡੇ ਯੂਜ਼ਰ ਡਿਫਾਈਨਡ ਫੰਕਸ਼ਨ ਨੂੰ, ਅਤੇ ਯੂਜ਼ਰ ਡਿਫਾਈਨਡ ਫੰਕਸ਼ਨ ਉਹਨਾਂ ਵੈਲਿਊਜ਼ ਉੱਪਰ ਆਪਣੇ ਕੰਮ ਨੂੰ ਪਰਫਾਰਮ ਕਰਦਾ ਹੈ। ਸੋ ਕਿ ਅਸੀਂ ਗੱਲ ਕਰਦੇ ਹਾਂ ਕਿ ਯੂਜ਼ਰ ਡਿਫਾਈਨਡ ਫੰਕਸ਼ਨ ਨੂੰ ਜਦੋਂ ਰਨ ਟਾਈਮ ਦੇ ਉੱਪਰ ਕੋਈ ਵੈਲਿਊ ਪਾਸ ਕੀਤੀਆਂ ਜਾਣ ਤਾਂ ਉਸ ਨੂੰ ਬਣਾਉਣ ਦਾ ਤਰੀਕਾ ਕੀ ਹੈ। ਪੁਰਾਣੇ ਫੰਕਸ਼ਨ ਦੀ ਤਰ੍ਹਾਂ ਅਸੀਂ ਸੇਮ ਹੀ ਐਗਜ਼ਾਮਪਲ ਨੂੰ ਲੈ ਕੇ ਚੱਲਦੇ ਹਾਂ। ਇਸ ਵਿੱਚ ਅਸੀਂ ਮੇਨ ਫੰਕਸ਼ਨ ਦੇ ਵਿੱਚ ਤਿੰਨ ਵੇਰੀਏਬਲ ਡਿਕਲੇਅਰ ਕਰਵਾਏ ਹਨ, x, y ਅਤੇ z। ਮੇਨ ਫੰਕਸ਼ਨ ਤੋਂ ਉੱਪਰ ਅਸੀਂ ਸਮ ਨਾਂ ਦਾ ਯੂਜ਼ਰ ਡਿਫਾਈਨਡ ਫੰਕਸ਼ਨ ਡਿਕਲੇਅਰ ਕਰਵਾਇਆ ਹੈ, ਜਿਸ ਦੀ ਰਿਟਰਨ ਟਾਈਪ ਅਸੀਂ ਇੰਟ ਫਿਕਸ ਕੀਤੀ ਹੈ। ਮੇਨ ਫੰਕਸ਼ਨ ਦੇ ਵਿੱਚ ਅਸੀਂ ਕਲੀਅਰ ਸਕਰੀਨ ਫੰਕਸ਼ਨ ਯੂਜ਼ ਕੀਤਾ ਹੈ ਜੋ ਸਾਡੀ ਸਕਰੀਨ ਨੂੰ ਸਾਫ਼ ਕਰੇਗਾ। ਪ੍ਰਿੰਟਫ ਫੰਕਸ਼ਨ ਦੀ ਮਦਦ ਦੇ ਨਾਲ ਅਸੀਂ ਇੱਕ ਸਕਰੀਨ ਉੱਪਰ ਮੈਸੇਜ ਪ੍ਰਿੰਟ ਕਰਵਾਉਂਦੇ ਹਾਂ, ਪਲੀਜ਼ ਐਂਟਰ ਵੈਲਿਊ ਆਫ x ਐਂਡ y। ਅਤੇ ਸਕੈਨਫ ਫੰਕਸ਼ਨ, ਅਸੀਂ ਦੋ ਸਕੈਨਫ ਫੰਕਸ਼ਨ ਯੂਜ਼ ਕੀਤੇ ਹਨ ਜਿਹੜੇ x ਅਤੇ y ਦੇ ਵਿੱਚ ਵੈਲਿਊ ਨੂੰ ਇਨਪੁਟ ਕਰਵਾਉਣਗੇ। z ਨਾਂ ਦੇ ਵੇਰੀਏਬਲ ਦੇ ਵਿੱਚ ਸਮ ਫੰਕਸ਼ਨ ਕੁਝ ਵੈਲਿਊਜ਼ ਨੂੰ ਰਿਟਰਨ ਕਰੇਗਾ। ਪਹਿਲਾਂ ਤਾਂ ਅਸੀਂ x ਅਤੇ y ਦੀ ਵੈਲਿਊ ਸਮ ਨੂੰ ਪਾਸ ਕਰਾਂਗੇ। ਸਮ ਫੰਕਸ਼ਨ ਉਹਨਾਂ ਉੱਪਰ ਆਪਣੀ ਕੈਲਕੂਲੇਸ਼ਨ ਕਰਕੇ ਸਾਨੂੰ ਜੋ ਵੀ ਰਿਜ਼ਲਟ ਹੋਏਗਾ ਉਹ ਰਿਟਰਨ ਕਰੇਗਾ, ਜੋ ਮੂਵ ਹੋਏਗਾ ਸਾਡੇ z ਨਾਂ ਦੇ ਵੇਰੀਏਬਲ ਦੇ ਵਿੱਚ। ਸੋ ਇਸ ਜਗ੍ਹਾ ਦੇ ਉੱਪਰ ਸਮ ਨਾਂ ਦੇ ਫੰਕਸ਼ਨ ਨੂੰ ਡਿਫਾਈਨ ਕੀਤਾ ਜਾ ਰਿਹਾ ਹੈ। A ਦੇ ਵਿੱਚ x ਦੀਆਂ ਵੈਲਿਊਜ਼ ਪਾਸ ਹੋਣਗੀਆਂ ਅਤੇ B ਦੇ ਵਿੱਚ y ਦੀਆਂ ਵੈਲਿਊਜ਼ ਪਾਸ ਹੋਣਗੀਆਂ। ਇਸ ਜਗ੍ਹਾ ਦੇ ਉੱਪਰ ਅਸੀਂ ਇੱਕ C ਨਾਮ ਦਾ ਲੋਕਲ ਵੇਰੀਏਬਲ, ਜੋ ਕਿ ਸਮ ਨਾਂ ਦੇ ਫੰਕਸ਼ਨ ਦਾ ਲੋਕਲ ਵੇਰੀਏਬਲ ਹੈ, ਉਸ ਨੂੰ ਡਿਕਲੇਅਰ ਕਰਵਾ ਰਹੇ ਹਾਂ। A ਅਤੇ B ਦੀਆਂ ਵੈਲਿਊਜ਼ ਨੂੰ ਆਪਸ ਵਿੱਚ ਪਲੱਸ ਕਰਨ ਤੋਂ ਬਾਅਦ ਵੈਲਿਊ ਸਾਡੀਆਂ C ਕੋਲ ਜਾਣਗੀਆਂ ਅਤੇ ਰਿਟਰਨ ਸਟੇਟਮੈਂਟ ਉਹ C ਦੀ ਜੋ ਵੀ ਵੈਲਿਊ ਹੋਏਗੀ ਉਸ ਨੂੰ Z ਵਿੱਚ ਰਿਟਰਨ ਕਰ ਦੇਗਾ। ਇਸ ਜਗ੍ਹਾ ਦੇ ਉੱਪਰ ਅਸੀਂ Z ਦੀ ਵੈਲਿਊ ਨੂੰ ਪ੍ਰਿੰਟ ਕਰਵਾ ਰਹੇ ਹਾਂ। ਇਸ ਫੰਕਸ਼ਨ ਨੂੰ ਅਸੀਂ ਚਲਾ ਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਮੇਨ ਫੰਕਸ਼ਨ ਦੇ ਵਿੱਚ ਜਿਵੇਂ ਅਸੀਂ printf ਦੀ ਮਦਦ ਦੇ ਨਾਲ ਇੱਕ ਮੈਸੇਜ ਪ੍ਰਿੰਟ ਕਰਵਾਇਆ ਸੀ, ਪਲੀਜ਼ ਐਂਟਰ ਵੈਲਿਊ ਆਫ x ਐਂਡ y। ਅਸੀਂ ਕੋਈ ਵੈਲਿਊ ਪਾਸ ਕਰਦੇ ਹਾਂ x ਨੂੰ, ਸੈਕਿੰਡ ਵੈਲਿਊ ਅਸੀਂ y ਨੂੰ ਪਾਸ ਕਰਦੇ ਹਾਂ। ਹੁਣ ਦੋਨੋਂ ਵੈਲਿਊਜ਼ ਸਮ ਨਾਂ ਦੇ ਫੰਕਸ਼ਨ ਕੋਲ ਮੂਵ ਹੋਈਆਂ, ਮੂਵ ਹੋਣ ਤੋਂ ਬਾਅਦ ਉਹਨਾਂ ਉੱਪਰ ਕੈਲਕੂਲੇਸ਼ਨ ਹੋਈ ਅਤੇ ਉਹ ਵੈਲਿਊ ਆਫਟਰ ਕੈਲਕੂਲੇਸ਼ਨ ਰਿਟਰਨ ਹੁੰਦੀ ਹੈ ਸਾਡੇ ਮੇਨ ਫੰਕਸ਼ਨ ਦੇ ਵਿੱਚ, ਜਿਸ ਨੂੰ ਅਸੀਂ printf ਦੀ ਮਦਦ ਦੇ ਨਾਲ ਆਪਣੀ ਸਕਰੀਨ ਉੱਤੇ ਪ੍ਰਿੰਟ ਕਰਵਾ ਰਹੇ ਹਾਂ। ਸੋ ਇਹ ਸੀ ਤੁਹਾਡਾ ਯੂਜ਼ਰ ਡਿਫਾਈਨਡ ਫੰਕਸ਼ਨ ਦਾ ਟੌਪਿਕ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਯੂਜ਼ਰ ਡਿਫਾਈਨਡ ਫੰਕਸ਼ਨ ਦੇ ਬਾਰੇ ਬੇਸਿਕ ਜਾਣਕਾਰੀ ਅਤੇ ਉਸ ਨੂੰ ਬਣਾਉਣ ਦਾ ਤਰੀਕਾ ਵੀ ਸਮਝ ਆ ਗਿਆ ਹੋਵੇਗਾ। ਸੋ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ।